दंडोत बंदन अनेक बार सर्व कला समरथ डोलण ते राखो प्रभु नानक दे कर हथ जो तो प्रेम खिलन का चाव सिर धर तली गली मेरी आओ इत मार्ग पैर तेरी जय सिर दीजै कान ना कीजै सो कहो टल गुर सेवियै अहनिस सहज सुभाए दर्शन परस्या गुरु कै जन्म मरण दुख जाए। सतनाम श्री वाहिगुरु साहिब जी तिलंग घर दूजा महला पंजवा तुद बिन दूजा नाही कोए तू करतार करहे सो होए तेरा जोर तेरी मन टेक सदा सदा जप नानक एक तुद बिन दूजा नाही कोए तू करतार करहे सो होए तेरा जोर तेरी मन टेक सदा सदा जप नानक एक साबे ऊपर पार ब्रह्म दातार तेरी टेक तेरा आधार साबे ऊपर पार ब्रह्म दातार तेरी टेक तेरा आधार रहाओ। वाहिगुरु जी का खालसा वाहिगुरु जी की फतेह। सतगुरां दी पावन पवित्र हजूरी दे अंदर सुभाईमान गुरु सवारे प्रेमी सतसंगी जनों वड भागे हो आप जी सतगुरां दी किरपा द्वारा सत संगत करन दा सुभाग आप जी नूं
ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਸ਼ਬਦ ਕੀਰਤਨ ਸਰਵਨ ਕਰਾ ਰਹੇ ਸੀ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁਖ ਵਾਕ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ ਤੇ ਲੰਗ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 723 ਤੇ ਸੁਭਾਇਮਾਨ ਹਨ। ਆਓ ਸਤਿਗੁਰੂ ਕਿਰਪਾ ਕਰਨ, ਸ਼ਬਦ ਦੇ ਅੰਦਰ ਜੋ ਸਿੱਖਿਆ ਉਪਦੇਸ਼ ਸਤਿਗੁਰਾਂ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ, ਇਸ ਦੇ ਧਾਰਨੀ ਹੋਣ ਵਾਸਤੇ ਜਿੰਨੇ ਸਤਸੰਗੀ ਗੁਰੂ ਚਰਨਾਂ ਦੇ ਵਿੱਚ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਲਾਈਵ ਪ੍ਰੋਗਰਾਮ ਦੇ ਰਾਹੀਂ ਜੁੜੇ ਹੋਏ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਸ਼ਬਦ ਦੇ ਰਹਾਉ ਦੇ ਬੰਦ ਵਿੱਚ ਸ਼ਬਦ ਦਾ ਕੇਂਦਰੀ ਭਾਵ ਦਿੱਤਾ ਹੋਇਆ ਹੈ। ਸਭ ਉਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ। ਦਾਤਾਰ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ। ਇਸ ਬਾਰੇ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਹਰ ਥਾਂ ਹਰ ਸਮੇਂ ਹਰ ਇੱਕ ਨੂੰ ਦਾਤ ਕੇਵਲ ਵਾਹਿਗੁਰੂ ਪਰਮਾਤਮਾ ਦੇ ਸਕਦਾ ਹੈ। ਹਰ ਥਾਂ ਹਰ ਸਮੇਂ ਹਰ ਇੱਕ ਨੂੰ ਕੇਵਲ ਵਾਹਿਗੁਰੂ ਪਰਮਾਤਮਾ ਹੀ ਦਾਤ ਦੇ ਸਕਦਾ ਹੈ, ਦੂਜਾ ਹੋਰ ਕੋਈ ਨਹੀਂ। ਐਸਾ ਵਾਹਿਗੁਰੂ ਸਾਰੇ ਜੀਵਾਂ ਦੇ ਸਿਰ ਤੇ ਰਖਵਾਲਾ ਹੈ, ਰੱਖ ਹੈ। ਸਭ ਉਪਰ ਪਾਰ ਬ੍ਰਹਮ ਦਾ ਤਾਰ, ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ, ਸਾਰੇ ਜੀਵਾਂ ਦੇ ਸਿਰ ਤੇ ਰਾਖਾ ਹੈ। ਤੇ ਮਹਾਰਾਜ ਆਖਦੇ ਨੇ, ਸਾਨੂੰ ਤੇਰੀ ਹੀ ਟੇਕ ਹੈ, ਤੇਰਾ ਆਧਾਰ ਸਹਾਰਾ ਹੈ। ਸਤਿਗੁਰੂ ਕਿਰਪਾ ਕਰਨ, ਸਾਰੇ ਸ਼ਬਦ ਦੇ ਅੰਦਰ ਸਤਿਗੁਰਾਂ ਨੇ ਜੋ ਕਿਰਪਾ ਕੀਤੀ ਹੈ, ਆਓ ਇੱਕ ਵਾਰੀ ਫਿਰ ਕਿਰਪਾ ਕਰੋ, ਸਾਰੇ ਹੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਇਹ ਸ਼ਬਦ ਦਾ ਸਰਲੇਖ ਹੈ। ਤਿਲੰਗ ਘਰ ਦੂਜਾ ਮਹੱਲਾ ਪੰਜਵਾ। ਬਾਣੀ ਸੰਥਿਆ ਕਰਾਉਣ ਵਾਲੇ ਉਸਤਾਦ ਇਹ ਗੱਲ ਆਪਣੇ ਵਿਦਿਆਰਥੀਆਂ ਨੂੰ ਸਮਝਾਉਂਦੇ ਹਨ
ਰਾਗ ਵੱਖਰੀ ਚੀਜ਼ ਹੈ ਤੇ ਮਹੱਲਾ ਜਿਹੜਾ ਹੈ ਉਹ ਵੱਖਰਾ ਹੈ। ਬਹੁਤ ਸਾਰੇ ਸ਼ਬਦਾਂ ਦੇ ਅੰਦਰ ਸਤਿਗੁਰਾਂ ਨੇ ਸੰਕੇਤ ਵੀ ਦਿੱਤੇ ਨੇ। ਵੇਖੋ, ਰਾਗ ਦਾ ਨਾਮ ਪਹਿਲਾਂ ਲਿਖ ਦਿੱਤਾ ਤਿਲੰਗ, ਘਰ ਦੂਜਾ ਲਿਖ ਕੇ ਫਿਰ ਲਿਖਿਆ ਮਹੱਲਾ ਪੰਜਵਾਂ। ਪਾਠ ਕਰਦਿਆਂ ਇਹ ਧਿਆਨ ਰੱਖਣਾ ਹੈ, ਸ੍ਰੀ ਰਾਗ ਮਹੱਲਾ ਪਹਿਲਾ, ਸ੍ਰੀ ਰਾਗ ਮਹੱਲਾ ਦੂਜਾ। ਰਾਗ ਕੋਈ ਵੀ ਹੋਵੇ ਉਹਨੂੰ ਪੜ੍ਹ ਕੇ ਥੋੜਾ ਜਿਹਾ ਜੰਬਕ ਦੇ ਕੇ ਅੱਗੋਂ ਮਹੱਲਾ ਜਿਹੜਾ ਸ਼ਬਦ ਪੜ੍ਹਨਾ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਤਿਲੰਗ ਰਾਗ ਏ, ਕਿਉਂਕਿ ਬਾਣੀ ਰਾਗਾਂ ਵਿੱਚ ਹੈ। ਘਰ ਦਾ ਸੰਬੰਧ ਤਾਲ ਨਾਲ ਏ ਤੇ ਗੱਲ ਸਮਝਾਈ ਹੈ ਕਿ ਘਰ ਦੂਜੇ ਦੇ ਅੰਦਰ ਇਸ ਸ਼ਬਦ ਨੂੰ ਗਾਇਨ ਕਰਨਾ ਹੈ। ਮਹੱਲਾ ਪੰਜਵਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ। ਤੁਧ ਬਿਨ ਦੂਜਾ ਨਾਹੀ ਕੋਏ। ਵਾਹਿਗੁਰੂ ਜੀ, ਤੇਰੇ ਤੋਂ ਬਗੈਰ ਦੂਜਾ ਹੋਰ ਕੋਈ ਤੇਰੇ ਵਰਗਾ ਨਹੀਂ। ਕੋਈ ਹੋਰ ਦੂਜਾ ਤੇਰੇ ਵਰਗਾ ਨਹੀਂ, ਕਿਉਂਕਿ ਆਮ ਤੌਰ ਤੇ ਆਪਾਂ ਦੁਨਿਆਵੀ ਚੀਜ਼ਾਂ ਦੀ ਇੱਕ ਦੂਜੇ ਦੇ ਨਾਲ ਤੁਲਨਾ ਕਰਦੇ ਹਾਂ। ਮਿੱਠਾ ਹੈ ਸ਼ਹਿਦ ਵਰਗਾ, ਚਿੱਟਾ ਹੈ ਦੁੱਧ ਵਰਗਾ, ਪਰ ਵਾਹਿਗੁਰੂ ਵਰਗਾ ਵਾਹਿਗੁਰੂ ਹੀ ਹੈ, ਉਸ ਵਰਗਾ ਹੋਰ ਦੂਜਾ ਕੋਈ ਨਹੀਂ। ਹੁਣ ਉਦਾਹਰਨ ਦੇ ਤੌਰ ਤੇ ਜਿਹੜਾ ਕੰਮ ਵਾਹਿਗੁਰੂ ਨੇ ਕਰਨਾ ਹੈ ਉਹ ਵਾਹਿਗੁਰੂ ਨੇ ਕਰਨਾ ਹੈ। ਬੰਦਾ ਚਾਹਵੇ ਵੀ ਮੈਂ ਰੱਬ ਵਾਲਾ ਕੰਮ ਕਰ ਲਵਾਂ, ਨਹੀਂ ਕਰ ਸਕਦਾ। ਆ ਹੁਣ ਸ੍ਰਿਸ਼ਟੀ ਕਿੱਡੀ ਵੱਡੀ ਹੈ, ਕਿੰਨੇ ਦੇ ਵਿੱਚ ਦੇਸ਼ ਨੇ, ਕਿੰਨੇ ਲੋਕ ਨੇ, ਕਿੰਨੇ ਜੀਵ ਨੇ, ਕਿੰਨਾ ਕੁਝ ਹੈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕੀਤਾ ਪਸਾਓ ਏਕੋ ਕਵਾਓ। ਇੱਕ ਬਚਨ ਨਾਲ ਹੀ, ਆਪਣੇ ਹੁਕਮ ਨਾਲ ਹੀ ਵਾਹਿਗੁਰੂ ਪਰਮਾਤਮਾ ਨੇ ਆ ਸਾਰਾ ਪਸਾਰਾ ਜਿਹੜਾ ਨਾ ਇਹ ਖਿਲਾਰ ਦਿੱਤਾ, ਜੀ ਪੈਦਾ ਕਰ ਦਿੱਤੇ। ਫਿਰ ਕੇਵਲ ਪੈਦਾ ਨਹੀਂ ਕੀਤੇ, ਸਾਰਿਆਂ ਦੀ ਰੋਜੀ ਦਾ ਪ੍ਰਬੰਧ ਕੀਤਾ ਹੈ। ਮਹਾਰਾਜ ਕਿਰਪਾ ਕਰਦੇ ਨੇ, ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਪਰਮਾਤਮਾ ਆਪਣੇ ਵਰਗਾ ਕੇਵਲ ਆਪ ਹੈ, ਉਸ ਦੇ ਮੁਕਾਬਲੇ ਤੇ ਦੂਜਾ ਕੋਈ ਨਹੀਂ। ਤੂੰ ਕਰਤਾਰ ਕਰਹਿ ਸੋ ਹੋਏ। ਐ ਵਾਹਿਗੁਰੂ ਜੀ, ਜੋ ਤੂੰ ਕਰਨਾ ਹੈ ਉਹ ਕੁਝ ਹੀ ਜਗਤ ਦੇ ਵਿੱਚ ਹੋਣਾ ਹੈ। ਭਾਵ ਸਾਰੀ ਤਾਕਤ ਦਾ ਮਾਲਕ ਤੂੰ ਹੈ, ਬੰਦਾ ਕੁਝ ਕਰਨ ਜੋਗਾ ਨਹੀਂ। ਪ੍ਰਮਾਨ ਬੜਾ ਸੁੰਦਰ ਦਿੱਤਾ ਮਹਾਰਾਜ ਨੇ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਣੇ, ਜੈਸਾ ਖੇਲ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜ ਆਨੇ। ਪੁਤਲੀਆਂ ਦਾ ਤਮਾਸ਼ਾ ਆਪਾਂ ਵੇਖਦੇ ਹਾਂ, ਇਉਂ ਲੱਗਦਾ ਹੈ ਵੀ ਜਿਵੇਂ ਪੁਤਲੀਆਂ ਨੱਚ ਰਹੀਆਂ ਨੇ, ਨਹੀਂ, ਉਹਨਾਂ ਨੂੰ ਨਚਾਉਣ ਵਾਲਾ ਮਦਾਰੀ ਹੈ। ਵਾਹਿਗੁਰੂ ਜੀ, ਅਸੀਂ ਜੀਵ ਤੁਰ ਰਹੇ ਹਾਂ, ਫਿਰ ਰਹੇ ਹਾਂ, ਬੋਲ ਰਹੇ ਹਾਂ, ਖਾ ਰਹੇ ਹਾਂ, ਤੇਰੀ ਕਿਰਪਾ ਦੇ ਨਾਲ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ
ਆਪਾਂ ਬਚਨ ਪੜ੍ਹਦੇ ਹਾਂ, ਜਿਨ ਕੰਨ ਦੀਨੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ, ਜੇਤਾ ਮੋਹ ਪਰੀ ਸੁਆਦ, ਸਭਾ ਕਾਲਖ ਦਾਗਾ ਦਾਗ। ਵਾਹਿਗੁਰੂ ਹੀ ਸਭ ਕੁਝ ਕਰਨ ਵਾਲਾ ਹੈ। ਸਾਨੂੰ ਸਾਰਿਆਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਵੈਸੇ ਇਸ ਗੱਲ ਨੂੰ ਅਸੀਂ ਪ੍ਰਵਾਨ ਕਰਦੇ ਹਾਂ, ਮੰਨਦੇ ਹਾਂ। ਕਦੋਂ? ਜਦੋਂ ਜੀਵਨ ਦੇ ਵਿੱਚ ਠੋਕਰ ਲੱਗਦੀ, ਦੁੱਖ ਆਉਂਦਾ ਹੈ, ਕੋਈ ਦੁਖਦਾਈ ਘਟਨਾ ਵਾਪਰਦੀ ਹੈ। ਕਦੀ ਵੀ ਜਿਹਨੂੰ ਠੋਕਰ ਵੱਜਦੀ ਹੈ, ਜਿਹਨੂੰ ਦੁੱਖ ਆਉਂਦਾ ਹੈ, ਜਿਸ ਦੇ ਘਰ ਵਿੱਚ ਕੋਈ ਸਦਮਾ ਵਾਪਰਦਾ ਹੈ, ਤੇ ਆਪਾਂ ਜਾ ਕੇ ਬੇਨਤੀ ਕਰੀਏ ਵੀ ਬੜਾ ਮਾੜਾ ਹੋਇਆ ਹੈ। ਤੇ ਜਿਹੜਾ ਬੰਦਾ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਨਹੀਂ, ਉਹ ਕਹਿੰਦਾ ਹੈ ਵੀ ਬੰਦੇ ਦੇ ਵਾਸੀ ਕੁਝ ਨਹੀਂ, ਕਰਨ ਵਾਲਾ ਤਾਂ ਸਾਰਾ ਕੁਝ ਵਾਹਿਗੁਰੂ ਹੈ। ਤੇ ਨਾਲ ਇਹ ਵੀ ਕਹਿ ਦਿੰਦਾ ਹੈ ਵੀ ਵਾਹਿਗੁਰੂ ਨਾਲ ਕੋਈ ਜ਼ੋਰ ਹੈ, ਵਾਹਿਗੁਰੂ ਨਾਲ ਕੋਈ ਧੱਕਾ ਹੈ, ਵੀ ਵਾਹਿਗੁਰੂ ਜੋ ਕਰਨਾ ਚਾਹਵੇ ਕਰ ਸਕਦਾ ਹੈ। ਪਰ ਰੱਬ ਦੇ ਪਿਆਰਿਆਂ ਨੂੰ ਇਹ ਗੱਲ ਸਮਝ ਵਿੱਚ ਆ ਗਈ। ਰੱਬ ਦੇ ਪਿਆਰੇ ਇਹ ਗੱਲ ਗੁਰੂ ਦੀ ਕਿਰਪਾ ਨਾਲ ਸਮਝ ਗਏ। ਉਹਨਾਂ ਨੂੰ ਇਹ ਗੱਲ ਸਮਝ ਵਿੱਚ ਹੈ ਕਿ ਜੋ ਕੁਝ ਕਰਦਾ ਹੈ ਵਾਹਿਗੁਰੂ ਪਰਮਾਤਮਾ ਆਪ ਕਰਦਾ ਹੈ। ਵੇਖੋ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਆ ਰਿਹਾ ਹੈ। 3 ਤਰੀਕ ਨੂੰ ਸ਼ਹੀਦੀ ਪੁਰਬ ਹੈ। ਸਤਿਗੁਰੂ ਦੇ ਉੱਤੇ ਕਈ ਜਿਹੜੇ ਨੇ ਨਾ ਚੜ੍ਹਾਈਆਂ ਕਰ ਕਰਕੇ ਆਏ, ਕਈਆਂ ਨੇ ਵਿਰੋਧਤਾ ਕੀਤੀ, ਤੂਫਾਨ ਦਾ ਰੂਪ ਧਾਰਨ ਕੀਤਾ ਸਾਰਿਆਂ ਨੇ ਮਿਲ ਕੇ। ਪਰ ਜਦੋਂ ਸੁਲਹੀ ਆਇਆ, ਸਤਿਗੁਰੂ ਆਪ ਲਿਖਦੇ ਨੇ ਵੀ ਮੈਨੂੰ ਸਲਾਹ ਦਿੱਤੀ ਗਈ, ਚਿੱਠੀ ਲਿਖੋ ਵੀ ਸਾਡਾ ਘਰੇਲੂ ਮਸਲਾ ਹੈ, ਤੁਸੀਂ ਇਸ ਵਿੱਚ ਦਖਲਅੰਦਾਜ਼ੀ ਨਾ ਕਰੋ, ਜਾਂ ਕੋਈ 2 ਬੰਦੇ ਭੇਜ ਦਿਓ, ਜਾਂ ਕੋਈ ਆਪਾਂ ਉਸ ਦਾ ਮੁਕਾਬਲਾ ਕਰਨ ਦੇ ਵਾਸਤੇ ਪ੍ਰਬੰਧ ਕਰੀਏ। ਤੇ ਮਹਾਰਾਜ ਨੇ ਕੀ ਆਖਿਆ? ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨਖ ਪਹੁੰਚਾਵੂੰ, ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀਂ ਧਿਆਇਆ। ਕਿਉਂਕਿ ਸਮਝ ਆ ਗਈ ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਕੀਤਾ ਕਰਨਾ ਸਰਬ ਰਜਾਈ, ਕਿਛ ਕੀਚੈ ਜੇ ਕਰ ਸਕੀਐ। ਆਪਣਾ ਕੀਤਾ ਕਿਛੂ ਨਾ ਹੋਵੇ, ਜਿਉ ਹਰ ਭਾਵੈ ਤਿਉ ਰਖੀਐ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਾਹੀ, ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੇਂ ਬਖਸ਼। ਤੇ ਨਾਲ ਹੀ ਮਹਾਰਾਜ ਨੇ ਇਸੇ ਸ਼ਬਦ ਦੇ ਵਿੱਚ ਇੱਕ ਗੱਲ ਸਮਝਾ ਦਿੱਤੀ। ਰੱਬ ਨੇ 5 ਤੱਤਾਂ ਦੇ ਨਾਲ ਸ੍ਰਿਸ਼ਟੀ ਬਣਾਈ ਹੈ, ਤੇ ਜੇ ਕੋਈ ਆਪਣੀ ਤਾਕਤ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹੈ ਤੇ ਫਿਰ 5 ਦੇ ਨਾਲ 6ਵਾਂ ਤੱਤ ਬਣਾ ਕੇ ਵਿਖਾਏ। ਪਰ ਮਹਾਰਾਜ ਆਖਦੇ ਨੇ ਇਹ ਗੱਲ ਕਿਹਨੂੰ ਸਮਝ ਆਉਂਦੀ ਹੈ? ਜਿਹੜੇ ਗੁਰਮੁਖ ਨੇ ਉਹਨਾਂ ਨੂੰ ਤਾਂ ਸੋਝੀ ਦੇ ਦੇਣਾ, ਪਰ ਜਿਹੜੇ ਮਨਮੁਖ ਨੇ ਉਹ ਹਮੇਸ਼ਾ ਹਉ ਹਉ ਮੈਂ ਦੇ ਵਿੱਚ ਹੀ ਫਸੇ ਰਹਿੰਦੇ ਨੇ। 5 ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ 6ਵਾਂ ਕਰਿਓ ਜੇ ਕਿਛ ਕੀਤਾ ਹੋਵੇ, ਕਿਉਂਕਿ ਇੱਕ ਨਾ ਸਤਿਗੁਰ ਮੇਲ ਤੋਂ ਬੁਝਾਵੇਂ, ਇੱਕ ਮਨਮੁਖ ਕਰੈ ਸੇ ਰੋਵੈ। ਭਗਤ ਨਾਮਦੇਵ ਜੀ ਦਾ ਸਮਾਂ ਹੈ। ਮੁਹੰਮਦ ਬਿਨ ਤੁਗਲਕ ਇਹ ਬਾਦਸ਼ਾਹ ਹੈ, ਇਹਨੇ ਕੈਦ ਕਰ ਲਿਆ ਨਾਮਦੇਵ ਨੂੰ। ਤੇ ਨਾਮਦੇਵ ਵਾਹਿਗੁਰੂ ਵਾਹਿਗੁਰੂ ਕਰੀ ਜਾ ਰਿਹਾ ਹੈ।
ਇਹਨੂੰ ਚੰਗਾ ਨਹੀਂ ਲੱਗਦਾ। ਬਾਦਸ਼ਾਹ ਕਹਿੰਦਾ ਵੀ ਮੈਂ ਤੇਰੇ ਰੱਬ ਦੇ ਕੰਮ ਵੇਖਣਾ ਚਾਹਨਾ, ਤੇਰਾ ਰੱਬ ਕੀ ਕਰ ਸਕਦਾ ਹੈ। ਔਰ ਆਪਾਂ ਰੋਜ਼ ਇਹ ਸ਼ਬਦ ਬਾਣੀ ਦੇ ਅੰਦਰ ਪੜ੍ਹਦੇ ਹਾਂ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕੰਮ। ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕੰਮ। ਨਾਮਾ ਸੁਲਤਾਨੇ ਬਾਦਲਾ, ਦੇਖੋ ਤੇਰਾ ਹਰ ਬੀਠਲਾ। ਹੁਣ ਵੇਖਣਾ ਕੀ ਚਾਹੁੰਦਾ ਹੈ? ਬਿਸਮਲ ਗਉ ਦੇਹੋ ਜਿਵਾਏ, ਨਾ ਧਰ ਗਰਦਨ ਮਾਰੂ ਠਾਏ। ਬਾਦਸ਼ਾਹ ਐਸੀ ਕਿਉਂ ਹੋਏ? ਬਿਸਮਲ ਕੀਆ ਨਾ ਜੀਵੈ ਕੋਏ। ਬਾਦਸ਼ਾਹ ਕਹਿੰਦਾ ਹੈ ਮੈਂ ਤੇਰੇ ਰਾਮ ਦੇ, ਤੇਰੇ ਬੀਠਲ ਦੇ ਕੰਮ ਵੇਖਣਾ ਚਾਹਨਾ। ਤੇਰੇ ਬੀਠਲ ਦੀ ਤਾਕਤ ਕੀ? ਆ ਮਰੀ ਹੋਈ ਗਊ ਹੈ ਮੇਰੀ, ਇਹਨੂੰ ਜਿੰਦਾ ਕਰ। ਨਹੀਂ ਤਾਂ ਆ ਜਿਵੇਂ ਆਪਾਂ ਕਿਸੇ ਨੂੰ ਡਰ ਦੇਣਾ ਹੋਵੇ ਨਾ, ਧੌਣ ਪਰਨੇ ਮਾਰਾਂਗਾ ਧਰਤੀ ਦੇ ਉੱਤੇ, ਨਾ ਤਰ ਗਰਦਨ ਮਾਰੂ ਠਾਏ, ਤੈਨੂੰ ਮੌਤ ਦੇ ਘਾਟ ਉਤਾਰ ਦਿਆਂਗਾ। ਕੰਡੀਸ਼ਨ ਕੀ ਹੈ? ਮਰੀ ਹੋਈ ਗਊ ਜੀਵਾ। ਤੇ ਭਗਤ ਜੀ ਕਹਿੰਦੇ ਨੇ ਮਰਿਆ ਕਦੀ ਜਿੰਦਾ ਨਹੀਂ ਹੁੰਦਾ, ਮਰਿਆ ਕਦੀ ਜਿੰਦਾ ਨਹੀਂ ਹੁੰਦਾ। ਬਾਦਸ਼ਾਹ ਇਹ ਕਿਵੇਂ ਹੋ ਸਕਦਾ ਹੈ? ਪਰ ਨਾਲ ਹੀ ਆਪਣੇ ਰੱਬ ਤੇ ਭਰੋਸਾ ਰੱਖ ਕੇ ਕਹਿੰਦੇ ਨੇ ਮੇਰਾ ਕੀਤਾ ਕਿਛੁ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਮੇਰਾ ਕੀਤਾ ਕਛੁ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਕਬੀਰ ਸਾਹਿਬ ਜੀ ਦਾ ਸ਼ਲੋਕ ਆਪਾਂ ਪੜ੍ਹਦੇ ਹਨ, ਕਬੀਰ ਨਾ ਹਮ ਕੀਆ ਨਾ ਕरेंगे, ਨਾ ਕਰ ਸਕੇ ਸਰੀਰ, ਕਿਆ ਜਾਨੂ ਕਿਛ ਹਰ ਕੀਆ। ਭਇਓ ਕਬੀਰ ਕਬੀਰ, ਨਾ ਕੀਤਾ ਹੈ ਨਾ ਕਰ ਸਕਦਾ। ਜੋ ਕੁਛ ਕੀਤਾ ਹੈ ਰੱਬ ਨੇ ਕੀਤਾ। ਹਾਂ ਮੇਰੀ ਮਸ਼ਹੂਰੀ ਕਰਾ ਦਿੱਤੀ, ਰੱਬ ਨੇ ਮੇਰੀ ਵਡਿਆਈ ਕਰਾ ਦਿੱਤੀ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਰੱਬ ਜੀ ਤੇਰੇ ਵਰਗਾ ਹੋਰ ਕੋਈ ਨਹੀਂ। ਸੰਸਾਰ ਨੂੰ ਤੂੰ ਆਪ ਹੀ ਪੈਦਾ ਕਰਨ ਵਾਲਾ ਹੈ, ਤੇ ਜਿਵੇਂ ਜੀਵਾਂ ਨੂੰ ਚਲਾਨਾ ਤਿਵੇਂ ਜੀਵ ਚੱਲਦੇ ਨੇ, ਕਿਉਂਕਿ ਸਭ ਕੁਝ ਤੂੰ ਆਪ ਹੀ ਕਰਨ ਵਾਲਾ ਹੈ। ਤੇਰੇ ਤੋਂ ਬਗੈਰ ਤੇਰੇ ਵਰਗਾ ਹੋਰ ਕੋਈ ਨਹੀਂ। ਤੇਰਾ ਜੋਰ ਤੇਰੀ ਮਨ ਟੇਕ, ਸਾਨੂੰ ਤੇਰਾ ਹੀ ਸਹਾਰਾ ਹੈ, ਤੇਰੀ ਟੇਕ, ਤੇਰਾ ਹੀ ਆਸਰਾ ਹੈ। ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕੈ ਹੈ ਸੰਗ। ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ। ਰਹਾਉ ਦਾ ਬੰਦ। ਜਨ ਕੋ ਪ੍ਰਭ ਆਪਣੇ ਕਾ ਤਾਣ, ਤੇਰਾ ਜੋਰ ਤੇਰੀ ਮਨ ਟੇਕ। ਜਨ ਕੋ ਪ੍ਰਭ ਆਪਣੇ ਕਾ ਤਾਨ, ਜੋ ਤੂੰ ਕਰੈ ਕਰਾਵੇਂ ਸੁਆਮੀ। ਸਾ ਮਸਲਤ ਪਰਵਾਨ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਨਾਮ ਤੇਰਾ ਆਧਾਰ ਮੇਰਾ। ਜਿਉ ਫੂਲ ਜਈ ਹੈ ਨਾਰ, ਕਹਿ ਕਬੀਰ ਗੁਲਾਮ ਘਰ ਕਾ। ਜਿਆਏ ਭਾਵੇਂ ਮਾਰ, ਤੇਰਾ ਜੋਰ ਤੇਰੀ ਮਨ ਟੇਕ। ਰੱਬ ਜੀ ਸਾਨੂੰ ਤੇਰਾ ਹੀ ਤਾਣ ਹੈ, ਤੇਰਾ ਹੀ ਸਹਾਰਾ ਹੈ। ਸਦਾ ਸਦਾ ਜਪ ਨਾਨਕ ਏਕ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਐਸੀਆਂ ਵਡਿਆਈਆਂ ਵਾਲੇ ਵਾਹਿਗੁਰੂ ਪਰਮਾਤਮਾ ਨੂੰ ਹਮੇਸ਼ਾ ਜਪਣਾ ਚਾਹੀਦਾ ਹੈ।
ਸਦਾ ਸਦਾ ਜਪ ਨਾਨਕ ਏਕ। ਇੱਕ ਵਾਹਿਗੁਰੂ ਪਰਮਾਤਮਾ ਜਿਸ ਵਿੱਚ ਇਹ ਤਾਕਤ ਹੈ ਕਿ ਉਸ ਵਰਗਾ ਕੋਈ ਨਹੀਂ। ਜੋ ਉਹ ਕਰਦਾ ਹੈ ਉਹ ਕੁਝ ਹੁੰਦਾ ਹੈ। ਜਿਨ੍ਹਾਂ ਸਾਰਿਆਂ ਨੂੰ ਟੇਕ ਹੈ, ਸਹਾਰਾ ਹੈ, ਐਸੇ ਵਾਹਿਗੁਰੂ ਪਰਮਾਤਮਾ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ ਹਮੇਸ਼ਾ ਹਮੇਸ਼ਾ ਜਪੀਏ ਧਿਆਈਏ। ਭਾਵ ਇਹ ਕਿ ਬਾਕੀ ਸਾਰੇ ਸਹਾਰੇ ਛੱਡ ਕੇ ਇਹ ਗੱਲ ਕਰੀਏ ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ। ਕਿਸ ਹੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ। ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ। ਹਮਾਰਾ ਧੜਾ ਹਰ ਰਹਿਆ ਸਮਾਈ। ਕਿਸ ਹੀ ਕੋਏ ਕੋਏ ਮੰਝ ਨਿਮਾਨੀ ਇਕ ਤੋ ਕਿਉ ਨਾ ਮਰੀਜੈ ਜੋ ਰੋਏ। ਜਾਂ ਲਗ ਚਿਤ ਨਾ ਆਵਈ। ਇੱਕ ਦਾ ਸਹਾਰਾ, ਇੱਕ ਦੀ ਟੇਕ ਲੈ ਕੇ ਉਸ ਨੂੰ ਜਪਣਾ ਕਰੀਏ, ਉਸ ਦਾ ਸਿਮਰਨ ਕਰੀਏ, ਉਸ ਨੂੰ ਯਾਦ ਕਰੀਏ। ਕਿਰਤ ਕਰਦਿਆਂ ਬਹਿੰਦਿਆਂ ਉੱਠਦਿਆਂ ਜਿੱਥੇ ਵੀ ਹਮੇਸ਼ਾ ਉਸ ਦੀ ਯਾਦ ਵਿੱਚ ਜੁੜੇ ਰਹੀਏ। ਸਾਬੇ ਉਪਰ ਪਾਰ ਬ੍ਰਹਮ ਦਾਤਾਰ। ਸਾਰੇ ਜੀਵਾਂ ਦੇ ਸਿਰ ਤੇ ਉਹ ਰਾਖਾ ਹੈ ਕਿਹੜਾ? ਜਿਹੜਾ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਸਾਧ ਸੰਗਤ, ਜਦੋਂ ਸੰਗਤ ਕਰਨ ਦੀ ਗੱਲ ਆਉਂਦੀ ਏ, ਬਾਣੀ ਪੜ੍ਹਨ ਦੀ ਗੱਲ ਆਉਂਦੀ ਏ, ਸਿਮਰਨ ਕਰਨ ਦੀ ਗੱਲ ਆਉਂਦੀ ਏ, ਤੇ ਆਮ ਸਾਡਾ ਇੱਕ ਜਵਾਬ ਹੁੰਦਾ ਹੈ ਕਿ ਜੇ ਇਹ ਕੰਮ ਕਰਨ ਲੱਗ ਪਏ ਟੱਬਰ ਦੀ ਪਾਲਣਾ ਕੌਣ ਕਰੇਗਾ? ਪਰਿਵਾਰ ਨੂੰ ਕੌਣ ਪਾਲੇਗਾ? ਪਰਿਵਾਰ ਦੀ ਸੰਭਾਲ ਕੌਣ ਕਰੇਗਾ? ਤੇ ਕਈ ਵਾਰੀ ਤਾਂ ਅਸੀਂ ਇੱਥੋਂ ਤੱਕ ਵੀ ਕਹਿ ਦਿੰਦੇ ਹਾਂ ਵੀ ਰੋਟੀਆਂ ਗੁਰਦੁਆਰੇ ਜਾ ਕੇ ਖਾਣੀਆਂ ਨੇ। ਤੇ ਮੈਂ ਬੇਨਤੀ ਕਰਿਆ ਕਰਦਾ ਪਿਆਰਿਓ, ਪਹਿਲਾਂ ਵੀ ਆਪਾਂ ਗੁਰੂ ਦੀਆਂ ਦਿੱਤੀਆਂ ਹੀ ਖਾਂਦੇ ਹਾਂ। ਗੁਰੂ ਦੀ ਕਿਰਪਾ ਹੀ ਜਿਹੜੀ ਨਾ ਉਹਦੇ ਨਾਲ ਹੀ ਆਪਾਂ ਭੋਜਨ ਛਕਦੇ ਆ। ਇਹ ਨਹੀਂ ਅੱਖਰ ਆਪਾਂ ਨੇ ਕਹਿਣਾ, ਨਹੀਂ, ਬਲਕਿ ਕਿਰਤ ਵਿਰਤ ਕਰਦਿਆਂ ਸੰਸਾਰਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਜਿਹੜਾ ਦਾਤਾਂ ਦੇਣ ਵਾਲਾ ਹੈ, ਦਾਤਾਂ ਦੇ ਵਿੱਚੋਂ ਉਸ ਦੇ ਦਰਸ਼ਨ ਕਰੀਏ। ਦਾਤਾਰ ਹੈ, ਕੈਸਾ ਦਾਤਾਰ ਹੈ। ਵੇਖੋ ਮਹਾਰਾਜ ਨੇ ਸਾਨੂੰ ਕਿਰਪਾ ਕੀਤੀ, ਸਮਝਾਇਆ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗੇ ਕਰ ਧਰਿਆ। ਪੱਥਰਾਂ ਵਿੱਚ ਕੀੜੇ ਪੈਦਾ ਕਰਕੇ ਵੀ ਉਹਨਾਂ ਦੀ ਰੋਜੀ ਦਾ ਪ੍ਰਬੰਧ ਵੀ ਵਾਹਿਗੁਰੂ ਪਰਮਾਤਮਾ ਨੇ ਕੀਤਾ ਹੋਇਆ। ਜਦੋਂ ਭਗਤ ਧੰਨਾ ਜੀ ਦਾ ਬਚਨ ਪੜ੍ਹਦੇ ਆ, ਰੇ ਚਿਤ ਚੇਤਸ ਕੀ ਨਾ ਦਿਆਲ ਦਮੋਦਰ ਬਿਬੇ ਨ ਜਾਨਸ ਕੋਏ। ਜੇ ਧਾਵੇਂ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਏ। ਜਨਨੀ ਕੇਰੇ ਉਦਰ ਉਦਕ ਮੈਂ। ਮਹਾਰਾਜ ਆਖਦੇ ਨੇ ਪਿੰਡ ਕੀਆ 10 ਦੁਆਰਾ ਦੇ ਆਹਾਰ ਅਗਨੀ ਮੈਂ ਰਸ ਰੱਖੈ ਐਸਾ ਖਸਮ ਹਮਾਰਾ। ਕੁੰਮੀ ਜਲ ਮਾਏ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ। ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਪਾਖਨ ਕੀਟ ਗੁਪਤ ਹੋਏ ਰਹਿਤੋ ਤਾਂਚੋ ਮਾਰਗ ਨਹੀਂ। ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਈ। ਸਾਡੇ ਪੇਟ ਵਿੱਚ ਵੀ, ਮਾਤਾ ਦੇ ਪੇਟ ਵਿੱਚ ਸਾਡੀ ਜਿਹੜੀ ਹੈ ਰੱਖਿਆ ਕੀਤੀ, ਗਰਭ ਵਿੱਚ ਰੱਖਿਆ ਕੀਤੀ ਬੜੇ ਪ੍ਰਮਾਣ ਨੇ ਬਾਣੀ ਵਿੱਚ। ਫਿਰ ਮਹਾਰਾਜ ਕਿਰਪਾ ਕਰਦੇ ਨੇ, ਉਹ ਵਾਹਿਗੁਰੂ ਪਰਮਾਤਮਾ, ਉਹ ਕੁੰਮੀ ਕਛੂ ਕੁੰਮੀ ਜਿਹੜੀ ਪਾਣੀ ਵਿੱਚ ਰਹਿੰਦੀ, ਬੱਚੇ ਬਾਹਰ ਨੇ, ਕੁਦਰਤ ਦਾ ਇੱਕ ਨਿਯਮ ਹੈ, ਉਹ ਬੱਚੇ ਬਾਹਰ ਆ ਕੇ ਦਿੰਦੀ। ਬੱਚੇ ਬਾਹਰ ਨੇ, ਕੱਛੂ ਕੁੰਮੀ ਪਾਣੀ ਵਿੱਚ ਹੈ। ਨਾ ਕੱਛੂ ਕੁੰਮੀ ਦੇ ਕੋਲ ਕੋਈ ਦੁੱਧ ਹੈ ਕਿ ਉਹਨਾਂ ਨੂੰ ਆ ਕੇ ਪਿਲਾ ਜਾਵੇ, ਨਾ ਬੱਚਿਆਂ ਦੇ ਕੋਲ ਖੰਭ ਨੇ ਉੱਡ ਕੇ ਆਪਣੀ ਰੋਟੀ ਦਾ ਪ੍ਰਬੰਧ ਕਰ ਲੈਣ। ਮਹਾਰਾਜ ਆਖਦੇ ਨੇ ਕੁੰਮੀ ਜਲ ਮਾਏ ਤਨ ਤਿਸ ਬਾਹਰ। ਤਨ ਤੋਂ ਭਾਵ ਬੱਚੇ। ਤਨ ਤਿਸ ਬਾਹਰ ਪੰਖ ਖੀਰ ਤਿੰਨਾ ਹੀ। ਪੰਖ ਖੰਭ ਬੱਚਿਆਂ ਕੋਲ ਕੋਈ ਨਹੀਂ, ਉਹ ਆਪਣੀ ਰੋਜੀ ਦਾ ਪ੍ਰਬੰਧ ਕਰਨ। ਥਨ ਜਿਹੜਾ ਹੈ ਕੱਛੂ ਕੁੰਮੀ ਦੇ ਕੋਲ ਦੁੱਧ ਦਾ ਪ੍ਰਬੰਧ ਕੋਈ ਨਹੀਂ।
ਮਹਾਰਾਜ ਆਖਦੇ ਨੇ ਪੱਥਰ ਵਿੱਚ ਕੀੜਾ ਹੈ, ਰਸਤਾ ਕੋਈ ਨਹੀਂ, ਰੱਬ ਉੱਥੇ ਵੀ ਉਹਨੂੰ ਰੋਜੀ ਦੇ ਰਿਹਾ। ਹੁਣ ਇਸ ਤੋਂ ਵੱਡਾ ਵਿਸ਼ਵਾਸ ਹੋਰ ਸਾਨੂੰ ਮਹਾਰਾਜ ਕੀ ਬਣਾਉਣ ਵੀ ਬੰਦਿਆ ਰੋਜੀ ਦਾ ਪ੍ਰਬੰਧ ਕਰਨ ਵਾਸਤੇ ਉਦਮ ਕਰ। ਉਦਮ ਕਰਿੰਦਿਆਂ ਜੀਓ ਤੋਂ ਕਮਾਵੰਦਿਆਂ ਸੁਖ ਭੁੰਚ, ਧਿਆਇਂਦਿਆਂ ਤੋਂ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਇਹ ਨਹੀਂ ਆਪਾਂ ਕੰਮ ਕਾਜ ਕਰਨਾ ਨਹੀਂ ਕਰਨਾ ਹੈ। ਨਿਤਨੇਮ ਦਾ ਟਾਈਮ ਵੀ ਰੱਖਣਾ ਹੈ, ਸਿਮਰਨ ਦਾ ਟਾਈਮ ਵੀ ਰੱਖਣਾ ਹੈ, ਪਰ ਨਾਲ ਦੀ ਨਾਲ ਕਿਰਤ ਵਿਰਤ ਵੀ ਕਰਨੀ, ਸੰਸਾਰਿਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ। ਮਹਾਰਾਜ ਕਿਰਪਾ ਕਰਦੇ ਨੇ, ਇੱਕ ਵਾਹਿਗੁਰੂ ਪਰਮਾਤਮਾ ਜਿਹੜਾ ਸਾਰਿਆਂ ਦੇ ਸਿਰ ਤੇ ਰੱਖ ਹੈ, ਜਿਹੜਾ ਸਾਰਿਆਂ ਨੂੰ ਦਾਤਾ ਦੇਣ ਵਾਲਾ ਹੈ। ਤੇਰੀ ਟੇਕ ਤੇਰਾ ਆਧਾਰ, ਰੱਬ ਜੀ ਸਾਨੂੰ ਤੇਰਾ ਹੀ ਆਸਰਾ, ਤੇਰਾ ਹੀ ਸਹਾਰਾ ਹੈ। ਰਹਾਓ ਹੈ ਤੂੰ ਹੋਵਨਹਾਰ। ਤੂੰ ਪਹਿਲਾਂ ਵੀ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਵੇਗਾ। ਸੋਈ ਸੋਈ ਸਦਾ ਸੱਚ, ਸਹਿਬ ਸਾਚਾ ਸਾਚੀ ਨਾਈ। ਜਾਂ ਆਪਾਂ ਬੜੀ ਵਾਰੀ ਇਹ ਬਚਨ ਪੜ੍ਹਦੇ ਹਾਂ, ਆ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆ ਭਗਤ ਜੀ ਨੇ ਬੜਾ ਸੁੰਦਰ ਕਥਨ ਕੀਤਾ ਹੈ। ਉਹ ਆਖਦੇ ਨੇ, ਕੁਜਾ ਆਮਦ ਕੁਜਾ ਰਫੀ ਕੁਜਾ ਰਵੀ, ਕੁਜਾ ਮੈਂ ਰਵੀ, ਕੁਜਾ ਆਮਦ ਕੁਜਾ ਆਮਦ। ਰੱਬ ਜੀ ਤੂੰ ਕਿੱਥੋਂ ਆਇਆ ਹੈ? ਭਾਵ ਕਿਤੋਂ ਨਹੀਂ ਆਇਆ। ਰਫਤੀ ਤੂੰ ਕਿੱਥੇ ਜਾ ਰਿਹਾ? ਕਿਤੇ ਨਹੀਂ ਗਿਆ। ਰਵੀ ਭਾਵ ਤੂੰ ਕਿੱਥੇ ਜਾ ਰਿਹਾ ਹੈ? ਨਾ ਤੂੰ ਆਇਆ, ਨਾ ਤੂੰ ਗਿਆ ਹੈ, ਨਾ ਤੂੰ ਜਾ ਰਿਹਾ, ਕਿਉਂਕਿ ਤੂੰ ਆਪਣੀ ਬਣਾਈ ਹੋਈ ਲੁਕਾਈ ਦੇ ਵਿੱਚ ਹੈ। ਵਾਹਿਗੁਰੂ ਜੀ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਅਗਮ ਅਗਾਧ ਊਚ ਆਪਾਰ। ਉਹ ਵਾਹਿਗੁਰੂ ਪਰਮਾਤਮਾ ਅਗੰਮ ਹੈ, ਅਪਹੁੰਚ ਹੈ, ਅਗਾਧ ਅਥਾਹ ਹੈ। ਉਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਉਹ ਉੱਚੇ ਤੋਂ ਉੱਚਾ ਹੈ। ਜੋ ਤੁਧ ਸੇਵਹਿ ਤਿਨ ਭਉ ਦੁਖ ਨਾਹੀ। ਵਾਹਿਗੁਰੂ ਪਰਮਾਤਮਾ ਜੀ ਜਿਹੜੇ ਤੈਨੂੰ ਸੇਵਦੇ ਨੇ, ਤੇਰਾ ਸਿਮਰਨ ਕਰਦੇ ਨੇ, ਨਾ ਉਹਨਾਂ ਨੂੰ ਦੁੱਖ ਲੱਗਦਾ ਤੇ ਨਾ ਉਹਨਾਂ ਨੂੰ ਡਰ ਲੱਗਦਾ। ਦੁਨੀਆ ਡਰਾਂਦੀ ਹੈ ਪਰ ਉਹ ਡਰਦੇ ਨਹੀਂ, ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਪ੍ਰਹਲਾਦ ਕੋਠੇ ਵਿੱਚ ਦੀਆ, ਬਾਹਰ ਦੀਆ ਤਾਲਾ, ਕੋਠੇ ਵਿੱਚ ਰੱਖਿਆ, ਬਾਹਰ ਦੀਆ ਤਾਲਾ। ਨਿਰਭਉ ਬਾਲਕ ਮੂਲ ਨਾ ਡਰੇ, ਮੇਰੇ ਅੰਤਰ ਗੁਰ ਗੋਪਾਲਾ। ਨਹੀਂ ਡਰਦਾ। ਹਰਨਾਕਸ਼ ਨੇ ਡਰਾਉਣ ਦਾ ਯਤਨ ਕੀਤਾ ਹੈ, ਬੜੇ ਡਰਾਵੇ ਦਿੱਤੇ ਨੇ, ਪਰ ਨਹੀਂ ਡਰਿਆ। ਮਹਾਰਾਜ ਆਖਦੇ ਨੇ, ਜਿਹੜੇ ਤੈਨੂੰ ਸੇਵਦੇ ਨੇ ਉਹਨਾਂ ਨੂੰ ਨਾ ਡਰ ਲੱਗਦਾ ਨਾ ਦੁੱਖ ਵਿਆਪਦਾ। ਕਿ ਉਹਨਾਂ ਨੂੰ ਦੁੱਖ ਨਹੀਂ ਦਿੱਤੇ ਜਾਂਦੇ। ਆ ਵੇਖੋ ਨਾ, ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਘੱਟ ਦੁੱਖ ਦਿੱਤੇ ਗਏ ਨੇ। ਤਵੀਆਂ ਤੇ, ਤੱਤੀ ਤਵੀ ਤੇ ਬਿਠਾਇਆ ਗਿਆ, ਸੀਸ ਵਿੱਚ ਰੇਤਾ ਵੀ ਪਾਇਆ ਗਿਆ, ਦੇਗ ਵਿੱਚ ਵੀ ਉਬਾਲਿਆ ਗਿਆ, ਪਰ ਤੱਤਾ ਕਰਨ ਵਾਲੇ ਸਾਰੇ ਤੱਤੇ ਹੋ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ ਠੰਡੇ ਨੇ। ਕਿਉਂ? ਕਿਉਂਕਿ ਅੰਦਰ ਠੰਡਾ ਨਾਮ ਹੈ, ਠੰਡੇ ਨਾਲ ਜੁੜੇ ਹੋਏ ਨੇ। ਇਹ ਬਚਨ ਦੁੱਖ ਵੇਲੇ ਮੂੰਹ ਵਿੱਚੋਂ ਨਿਕਲਦਾ ਹੈ। ਕਿਸ ਦੇ? ਜਿੰਦੇ ਉੱਤੇ ਅਕਾਲ ਪੁਰਖ ਦੀ ਕਿਰਪਾ। ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਜੋ ਤੁਧ ਸੇਵੈ, ਜਿਹੜੇ ਤੈਨੂੰ ਸੇਵਦੇ ਨੇ, ਨਾ ਉਹਨਾਂ ਨੂੰ ਦੁੱਖ ਲੱਗਦਾ ਨਾ ਉਹ ਡਰਦੇ ਹਨ। ਗੁਰ ਪ੍ਰਸਾਦ ਨਾਨਕ ਗੁਣ ਗਾਹੇ। ਵਾਹਿਗੁਰੂ ਪਰਮਾਤਮਾ ਦੇ ਗੁਣ ਗਾਣੇ ਚਾਹੀਦੇ ਨੇ। ਹਰ ਇੱਕ ਨੂੰ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਣ ਦੀ ਹਦਾਇਤ ਹੈ, ਪਰ ਗਾਏਗਾ ਕੌਣ? ਜਿਸ ਉੱਤੇ ਗੁਰੂ ਕਿਰਪਾ ਕਰੇਗਾ। ਸਾਨੂੰ ਤਾਂ ਗੁਰਪ੍ਰਸਾਦ ਦੀ ਦਾਤ ਗੁਰੂ ਮਹਾਰਾਜ ਨੇ ਆਪ ਵੀ ਇਹਨੂੰ ਵਰਤਿਆ, ਸਾਨੂੰ ਵੀ ਦਿੱਤੀ। ਗੁਰਪ੍ਰਸਾਦ ਜਦੋਂ ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ, ਵਾਹਿਗੁਰੂ ਪਰਮਾਤਮਾ ਦੇ ਗੁਣ ਸੁਧੇ ਸੁਧ ਗਾਏ ਜਾਣਗੇ। ਮਹਾਰਾਜ ਕਿਰਪਾ ਕਰਦੇ ਨੇ। ਕੌਣ ਗਾਉਂਦਾ ਹੈ ਵਾਹਿਗੁਰੂ ਦੇ ਗੁਣ? ਕੌਣ ਸਿਫਤਾਂ ਕਰਦਾ ਹੈ? ਕੌਣ ਵਡਿਆਈਆਂ ਕਰਦਾ ਹੈ?
ਜਿਸ ਉੱਤੇ ਗੁਰੂ ਕਿਰਪਾ ਕਰਦਾ ਹੈ। ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਵਿੰਦ ਅਨੂਪ। ਇਹ ਗੁਣਾਂ ਦੇ ਖਜ਼ਾਨੇ ਉਪਮਾ ਤੋਂ ਰਹਿਤ ਵਾਹਿਗੁਰੂ ਪਰਮਾਤਮਾ, ਮੈਂ ਜਿੱਧਰ ਵੇਖਦਾ ਮੈਨੂੰ ਤੇਰਾ ਹੀ ਰੂਪ ਨਜ਼ਰ ਆਉਂਦਾ ਹੈ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ। ਕੌਣ ਭਲੇ ਕੋ ਮੰਦੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਗੋਬਿੰਦ ਤੋਂ ਬਗੈਰ ਕੋਈ ਨਜ਼ਰ ਨਹੀਂ ਆਉਂਦਾ। ਮੈਂ ਜਿੱਧਰ ਵੇਖਦਾ ਵਾਹਿਗੁਰੂ ਜੀ ਮੈਨੂੰ ਤੇਰਾ ਹੀ ਰੂਪ ਨਜ਼ਰ ਆਉਂਦਾ ਹੈ। ਸਿਮਰ 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 ਜਨ ਸੋਏ। ਇਹ ਮਨੁੱਖ, ਇਹ ਬੰਦੇ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਵਾਹਿਗੁਰੂ ਪਰਮਾਤਮਾ ਨੂੰ ਚੇਤੇ ਕਰ। ਨਾਨਕ ਕਰਮ ਪ੍ਰਾਪਤ ਹੋਏ। ਪਰ ਇਹ ਦਾਤ ਵਾਹਿਗੁਰੂ ਦੀ ਕਰਮ ਕਹਿੰਦੇ ਨੇ ਕਿਰਪਾ ਬਖਸ਼ਿਸ਼ ਜਦੋਂ ਹੁੰਦੀ ਹੈ, ਉਸ ਵੇਲੇ ਉਸ ਦਾ ਸਿਮਰਨ ਕਰਨ ਦੀ ਦਾਤ ਪ੍ਰਾਪਤ ਹੁੰਦੀ ਹੈ। ਜਿਨ ਜਪਿਆ ਤਿਸ ਕੋ ਬਲਿਹਾਰ। ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਨੂੰ ਜਪਿਆ, ਮਹਾਰਾਜ ਕਿਰਪਾ ਕਰਦੇ ਨੇ, ਮੈਂ ਉਹਨਾਂ ਤੋਂ ਸਦਕੇ ਜਾਨਾ, ਬਲਿਹਾਰ ਜਾਂਦਾ ਹਾਂ। ਜੋ ਜਨ ਲੇਹ ਖਸਮ ਕਾ ਨਾਉ, ਤਿਨ ਕੈ ਸਦ ਬਲਿਹਾਰੇ ਜਾਉ। ਮੈਂ ਉਹਨਾਂ ਤੋਂ ਕੁਰਬਾਨ ਜਾਨਾ। ਮਹਾਰਾਜ ਕਿਰਪਾ ਕਰਦੇ ਨੇ ਕਿੰਨਾ ਤੋਂ? ਜਿਹੜੇ ਤੇਰਾ ਨਾਮ ਜਪਦੇ ਹਨ, ਤੇਰਾ ਨਾਮ ਆਰਾਧਦੇ ਹਨ। ਤਿਸ ਕੈ ਸੰਗ ਤਰੈ ਸੰਸਾਰ। ਤੇ ਜਿਹੜਾ ਆਪ ਜਪਦਾ ਹੈ, ਹੋਰਨਾਂ ਨੂੰ ਜਪਾਂਦਾ ਹੈ, ਆਪ ਤਰਦਾ ਹੈ, ਹੋਰਨਾਂ ਨੂੰ ਤਾਰਨ ਜੋਗਾ ਹੋ ਜਾਂਦਾ ਹੈ। ਭਾਵ ਐਸੇ ਜਪਣ ਵਾਲਿਆਂ ਦੇ ਨਾਲ ਮਿਲ ਕੇ ਜਿਹੜੇ ਆਪਣੇ ਜੀਵਨ ਦੇ ਅੰਦਰ ਸੰਗਤ ਕਰਦੇ ਨੇ, ਉਹ ਵੀ ਭੌਜਲ ਸੰਸਾਰ ਤੋਂ ਪਾਰ ਉਤਰ ਜਾਂਦੇ ਹਨ। ਮਹਾਰਾਜ ਨੇ ਇਸੇ ਵਾਸਤੇ ਕਿਰਪਾ ਕੀਤੀ ਨਾ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ। ਜੋ ਆਪ ਜਪੈ ਅਵਰਾ ਨਾਮ ਜਪਾਵੈ। ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਪਨ ਵਾਲੇ ਆਪ ਤਾਂ ਤਰਦੇ ਨੇ, ਪਰ ਜਿਹੜੇ ਉਹਨਾਂ ਦਾ ਸੰਗ ਵੀ ਕਰਦੇ ਨੇ, ਉਹਨਾਂ ਦਾ ਸੰਗ ਕਰਕੇ ਉਹ ਵੀ ਇਸ ਭੌਜਲ ਸੰਸਾਰ ਤੋਂ ਪਾਰ ਉਤਰ ਜਾਂਦੇ ਹਨ। ਕਹੋ ਨਾਨਕ ਪ੍ਰਭ ਲੋਚਾ ਪੂਰ। ਆਪਾਂ ਸਾਰੇ ਹੀ ਆਪਣੀ ਲੋਚਾ ਪੂਰੀ ਕਰਨ ਵਾਸਤੇ ਭਾਵੇਂ ਪਿੰਡ ਦੇ ਗੁਰਦੁਆਰੇ ਵਿੱਚ ਜਾਈਏ, ਭਾਵੇਂ ਸ਼ਹਿਰ ਦੇ ਗੁਰਦੁਆਰੇ ਵਿੱਚ ਜਾਈਏ, ਜਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਾਈਏ, ਬਸ ਅਰਦਾਸ ਤਾਂ ਇਹੋ ਹੀ ਹੁੰਦੀ ਨਾ, ਭਾਈ ਸਾਹਿਬ ਜੀ ਅਰਦਾਸ ਕਰੋ ਮੇਰੀ ਕਾਮਨਾ ਪੂਰੀ ਹੋ ਜਾਵੇ। ਕਾਮਨਾ ਕੋਈ ਵੀ ਹੋਵੇ, ਧਨ ਦੀ ਹੋਵੇ, ਕੰਮ ਦੀ ਹੋਵੇ, ਕੋਈ ਵੀ ਹੋਵੇ, ਆਖਰ ਸਾਰੇ ਆਪਾਂ ਇਹੋ ਹੀ ਲੋਚਾ ਪੂਰੀ ਕਰਨ ਵਾਸਤੇ ਅਰਦਾਸ ਕਰਦੇ ਹਨ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਇਹਨਾਂ ਸਾਰੀਆਂ ਇਸ਼ਾਵਾਂ ਦੇ ਨਾਲ ਇੱਕ ਹੋਰ ਪ੍ਰੇਰਨਾ ਕਰਦੇ ਨੇ। ਕਿਹੜੀ? ਕਹੋ ਨਾਨਕ ਪ੍ਰਭ ਲੋਚਾ ਪੂਰ। ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ, ਹੇ ਪ੍ਰਭੂ ਜੀ ਮੇਰੀ ਇੱਛਾ ਪੂਰੀ ਕਰ, ਮੇਰੀ ਲੋਚਾ ਪੂਰੀ ਕਰ। ਸੰਤ ਜਨਾ ਕੀ ਬਾਂਛੋ ਧੂਰ। ਮੈਨੂੰ ਤੇਰੇ ਪਿਆਰਿਆਂ ਦੀ ਚਰਨ ਧੂੜ ਪ੍ਰਾਪਤ ਹੋਵੇ। ਚਰਨ ਧੂੜ ਵੇਖੋ, ਬੰਦੇ ਤਾਂ ਇਹ ਮੰਗਦੇ ਹੀ ਨੇ, ਰੱਬ ਦੇ ਪਿਆਰੇ ਵਿੱਚ ਚਰਨ ਧੂੜ ਪ੍ਰਾਪਤ ਹੋਵੇ। ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੀ ਬਾਣੀ ਦੇ ਵਿੱਚ ਇਹ ਵੀ ਸਮਝਾਉਂਦੇ ਨੇ, ਗੰਗਾ, ਗੋਦਾਵਰੀ, ਸਰਸਵਤੀ ਇਹ ਪਵਿੱਤਰ ਨਦੀਆਂ ਨੇ। ਲੋਕ ਇਹਨਾਂ ਵਿੱਚ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ। ਕਾਹਦੇ ਵਾਸਤੇ? ਪਵਿੱਤਰ ਹੋਣ ਦੇ ਲਈ। ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਇਹ ਨਦੀਆਂ ਵੀ ਅਰਦਾਸਾਂ ਕਰਦੀਆਂ ਨੇ, ਰੱਬ ਜੀ ਰੱਬ ਦੇ ਪਿਆਰੇ ਆਣ ਤੇ ਸਾਡੇ ਵਿੱਚ ਆਪਣੇ ਚਰਨ ਪਾਉਣ। ਕਿਉਂਕਿ ਲੋਕ ਆਪਣੀ ਪਾਪਾਂ ਦੀ, ਵਿਕਾਰਾਂ ਦੀ ਮੈਲ ਜਿਹੜੀ ਨਹਾ ਕੇ ਸਾਡੇ ਵਿੱਚ ਛੱਡ ਜਾਂਦੇ ਹਨ, ਸਾਨੂੰ ਵਿਸ਼ਵਾਸ ਹੈ ਕਿ ਜਦੋਂ ਰੱਬ ਦੇ ਪਿਆਰੇ ਆ ਕੇ ਚਰਨ ਪਾਣਗੇ ਸਾਡੀ ਮੈਲ ਦੂਰ ਹੋ ਜਾਵੇਗੀ। ਗੁਰਬਾਣੀ ਦਾ ਬਚਨ ਹੈ, ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ। ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ।
हमरी मैल साधु की तूर गवाई। बचन आप जी रोज पढ़ते हो गुरु अर्जन देव जी महाराज दे। अंतर जामी पुरख विधाते सरदा मन की पूरे, नानक दास यह सुख मांगै मोको कर संतन की धूरे। मेरी खल्लों मौजड़े गुरसिख अडांदे, मस्तक लगे साध रेन वडभाग जिन्हां दे। ते गुरु नानक देव जी महाराज दे पंजवें स्वरूप गुरु अर्जन देव जी मंग करते ने, वाहिगुरु जी मेरी लोचा पूरी कर दिओ किहड़ी, मैनूं तुहाडे संत जनां दी प्यारियां दी चरण धूड़ प्राप्त हो जावे। राम कली महला पंजवा शंत। राग राम कली महला पंजवा गुरु अर्जन देव जी महाराज का यह शब्द है। गुरु ग्रंथ साहिब जी के मुबारक अंग 926 ते सवाईमान है शंत, पर महाराज ने शंतां दे विच भी श्लोक वरते ने। किते महाराज ने शंत दे रंभ विच एक श्लोक वरत्या, बाकी सारे शब्द दे अंदर केवल पदे वरते ने, किते 4-4 श्लोक वरते ने। ये सतगुरु महाराज की अपनी खुशी है। इत्थे भी शंत एक काव्य का एक रूप है, नाल ही श्लोक, श्लोक भी काव्य की एक वनगी है। सलोक चरण कमल शरणागति, आनंद मंगल गुण गाम। जेड़े गुरु दे सोहने चरनां विच आ जांदे ने, शरणागति शरण आगत, गुरु दे सोहने चरनां विच आ जांदे ने, वाहिगुरू परमात्मा दे गुण गांदे ने, सिफतां करदे ने, वडियाईयां करदे ने, उहनां नूं आनंद ते नाल ही मंगल, ये खुशियां ते सुख जीवन दे अंदर प्राप्त हुंदा है। किन्हां नूं? ਜਿਹੜੇ गुरु की शरण विच आके गुरु के चरणों विच जुड़ के वाहिगुरू परमात्मा की सिफत सलाह करते हैं। हुण ये कहन वालियां गल्लां नहीं, बाणी के मुताबक ये तो कमाउण वालियां ने, क्योंकि चरण कमल की मौज कहो कह कैसे उन्मान, कहबे को शोभा नहीं देखा ही परवान। इस गल नूं कौन जानदा है जिन्हें अपने जीवन अंदर चरण कमलों दे विच जुड़न दा हुलारा प्राप्त किया है, जिन्हों ये खुशी प्राप्त हुई है, वो गुरु महाराज दी इस बख्शिश नूं जीवन दे अंदर समझदा है। कबीर सुरग नरक ते मैं रहो, अपने गुर प्रसाद चरण कमल की मौज में रहूं अंत अर आद। अंत आद हमेशा ही मैं वाहिगुरू गुरु दे चरणों में जुड़िया रहां, क्योंकि मैनू ना स्वर्ग की परवाह है ना नरक की परवाह है। ना मैं स्वर्ग की आस करदा ना नरकां तो डरदा। पर कौन जेड़ा गुरु दे चरणों में आ जांदा है, वाहिगुरू दे गुण गांदा है, ਉਹਨੂੰ आनंद सुख जीवन के अंदर प्राप्त होता है। नानक प्रभ आराधीऐ विपत निवारण राम। जेड़ा विपता नूं दूर करन वाला है, मुसीबतां नूं दूर करन वाला है, उस वाहिगुरू परमात्मा दा आराधना करिए, उसनूं आराधीए। आराधना आराधनिका हर हर नाम आराधना, क्योंकि ये मुसीबतां तो छुड़ांदा है। जाको मुश्किल अत बनै ढोई कोई ना दे, लागू होए दुश्मना साख भी भज खले, सबो भजे आसरा चूकै सब असराओ, चीत आवे ओस पार ब्रह्म लगे ना तती वाओ। ताती वाओ न लग गई पार ब्रह्म सरनाई, चौगिरद हमारे रामकार दुख लगे ना भाई, औखी घड़ी ना देखन दे। महाराज आखदे ने आराधिए वाहिगुरू परमात्मा नूं जिहड़ा मुसीबतां नूं नाश करन वाला है। शंत
ਪ੍ਰਭ ਬਿਪਤ ਨਿਵਾਰਣੋ ਤਿਸ ਬਿਨ ਅਵਰ ਨਾ ਕੋਏ ਜਿਉ। ਵਾਹਿਗੁਰੂ ਪਰਮਾਤਮਾ ਹੀ ਕੇਵਲ ਮੁਸੀਬਤਾਂ ਨੂੰ, ਸੰਕਟਾਂ ਨੂੰ, ਕਲੇਸ਼ਾਂ ਨੂੰ ਦੂਰ ਕਰਨ ਵਾਲਾ ਹੈ। ਉਸ ਵਰਗਾ ਹੋਰ ਕੋਈ ਇੰਨੀ ਤਾਕਤ ਵਾਲਾ ਨਹੀਂ ਜਿਹੜਾ ਦੁੱਖਾਂ ਤਕਲੀਫਾਂ ਤੋਂ ਸਾਨੂੰ ਬਚਾ ਸਕੇ। ਸਦਾ ਸਦਾ ਹਰ ਸਿਮਰੀਐ ਜਲ ਥਲ ਮਹੀਲ ਸੋਏ ਜਿਉ। ਉਹ ਵਾਹਿਗੁਰੂ ਪਰਮਾਤਮਾ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਧਰਤੀ ਤੇ ਵੀ ਹੈ, ਆਕਾਸ਼ ਤੇ ਵੀ ਹੈ, ਸਾਰੀ ਜਗ੍ਹਾ ਤੇ ਹੈ। ਐਸੇ ਵਾਹਿਗੁਰੂ ਪਰਮਾਤਮਾ ਨੂੰ ਹਮੇਸ਼ਾ ਯਾਦ ਕਰੀਏ। ਜਲ ਥਲ ਮਹੀਲ ਪੂਰ ਰਹਿਆ ਇਕ ਨਿਮਖ ਮਨ ਹੋਣਾ ਵੀਸਰੈ। ਜਿਹੜਾ ਵਾਹਿਗੁਰੂ ਪਰਮਾਤਮਾ ਜਲ ਵਿੱਚ ਹੈ, ਥਲ ਵਿੱਚ ਹੈ, ਧਰਤੀ ਤੇ ਹੈ, ਆਕਾਸ਼ ਤੇ ਹੈ, ਇੱਕ ਨਿਮਖ ਭਰ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ ਮੇਰੇ ਮਨ ਤੋਂ ਵਿਸਰ ਨਾ ਜਾਏ। ਭਾਵ ਉਹ ਕਦੀ ਭੁੱਲਣਾ ਨਹੀਂ ਚਾਹੀਦਾ, ਉਹਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ। ਸੋ ਕਿਉ ਬਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ। ਜਾਂ ਆਪਾਂ ਪੜ੍ਹਦੇ ਹਾਂ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਣੇ। ਐਸਾ ਵਾਹਿਗੁਰੂ ਪਰਮਾਤਮਾ ਨਿਮਖ ਭਰ ਵੀ ਮੈਨੂੰ ਨਾ ਭੁੱਲੇ, ਜਿਹੜਾ ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਧਰਤੀ ਤੇ ਵੀ, ਆਕਾਸ਼ ਤੇ ਵੀ ਹੈ। ਗੁਰ ਚਰਨ ਲਾਗੇ ਦਿਨ ਸੁਭਾਗੇ ਸਰਬ ਗੁਣ ਜਗਦੀਸਰੈ। ਜਦੋਂ ਗੁਰੂ ਦੇ ਚਰਨਾਂ ਨਾਲ ਲੱਗੇ, ਮਹਾਰਾਜ ਆਖਦੇ ਨੇ ਉਹ ਦਿਨ ਭਾਗਾ ਵਾਲਾ ਹੈ। ਅਸੀਂ ਦੁਨਿਆਵੀ ਤੌਰ ਤੇ ਕੁਝ ਪ੍ਰਾਪਤ ਕਰੀਏ ਤੇ ਅਸੀਂ ਕਹਿੰਦੇ ਆ ਵੀ ਭਾਗਾਂ ਵਾਲੇ ਆ, ਤੂੰ ਭਾਗਾਂ ਵਾਲਾ ਹੈ ਭਾਈ, ਤੈਨੂੰ ਆਹ ਪ੍ਰਾਪਤੀ ਹੋਈ। ਠੀਕ ਹੈ, ਦੁਨਿਆਵੀ ਦਾਤ ਵੀ ਮਿਲੇ ਤੇ ਸਮਝੀਏ ਆਪਾਂ ਭਾਗਾਂ ਵਾਲੇ ਆ, ਪਰ ਦੁਨਿਆਵੀ ਦਾਤਾਂ ਨੂੰ ਪ੍ਰਾਪਤ ਕਰਕੇ ਜੇ ਗੁਰੂ ਚਰਨਾਂ ਨਾਲ ਜੁੜ ਜਾਵਾਂਗੇ ਤੇ ਹੋਰ ਭਾਗਾਂ ਵਾਲੇ ਬਣ ਜਾਵਾਂਗੇ। ਮੇਰੀ ਬੇਨਤੀ, ਹੋਰ ਭਾਗਾਂ ਵਾਲੇ ਬਣ ਜਾਵਾਂਗੇ। ਸਤਿਗੁਰਾਂ ਨੇ ਸਾਨੂੰ ਦਾਤਾਂ ਦਾ ਤਿਆਗ ਨਹੀਂ ਦਿੱਤਾ, ਦਾਤਾਂ ਨੂੰ ਮੰਗਣ ਤੋਂ ਸਾਨੂੰ ਜਿਹਨੇ ਰੋਕਿਆ ਨਹੀਂ, ਆਪ ਵੀ ਮੰਗੀਆਂ, ਸਾਨੂੰ ਮੰਗਣ ਦੀ ਜਾਚ ਵੀ ਦੱਸੀ, ਪਰ ਨਾਲ ਦੀ ਨਾਲ ਇਹ ਵੀ ਗੱਲ ਸਮਝਾਈ ਕੇਵਲ ਦਾਤਾਂ ਨਾਲ ਨਾ ਜੁੜੀਏ, ਦਾਤਾਂ ਦੇਣ ਵਾਲੇ ਦੇ ਨਾਲ ਵੀ ਜੁੜੀਏ। ਦਾਤਾਂ ਦੇ ਵਿੱਚੋਂ ਸਾਨੂੰ ਦਾਤੇ ਦੇ ਦੀਦਾਰ ਹੋਣ, ਸਾਨੂੰ ਦਰਸ਼ਨ ਹੋਣ। ਤੇ ਮਹਾਰਾਜ ਆਖਦੇ ਨੇ ਇਹ ਦਾਤ ਵਾਹਿਗੁਰੂ ਪਰਮਾਤਮਾ ਜਿਹੜਾ ਨਾ ਜਗਦੀਸ਼, ਉਹਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਕਿਹੜੀ? ਗੁਰੂ ਦੇ ਚਰਨਾਂ ਵਿੱਚ ਜੁੜਨ ਵਾਲੀ। ਗੁਰੂ ਦੇ ਚਰਨਾਂ ਨਾਲ ਜੁੜਾਂਗੇ, ਉਹ ਦਿਨ ਸਾਡੇ ਵਾਸਤੇ ਸੁਭਾਗਾ ਹੋਵੇਗਾ। ਕਰ ਸੇਵ ਸੇਵਕ ਦਿਨ ਸਰੈਣੀ ਤਿਸ ਭਾਵੈ ਸੋ ਹੋਏ ਜਿਉ। ਦਿਨ ਰਾਤ ਮਹਾਰਾਜ ਆਖਦੇ ਨੇ ਸੇਵਕ ਬਣ ਕੇ ਸੇਵਕਾਂ ਦੀ ਤਰ੍ਹਾਂ ਉਸ ਦਾ ਸਿਮਰਨ ਕਰੀਏ, ਸੇਵਾ ਕਰੀਏ। ਪਲ ਜਾਏ ਨਾਨਕ ਸੁਖ ਹੈ ਦਾਤੇ ਪਰਗਾਸ ਮਨ ਤਨ ਹੋਏ ਜਿਉ। ਐਸੇ ਸੁੱਖਾਂ ਦੇ ਦਾਤੇ ਵਾਹਿਗੁਰੂ ਪਰਮਾਤਮਾ ਤੋਂ ਬਲਿਹਾਰ ਜਾਈਏ, ਸਦਕੇ ਜਾਈਏ ਤੇ ਨਾਲ ਹੀ ਕਿਰਪਾ ਕਰਕੇ ਉਸ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਾਡੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਮਿਟਾ ਤੇ ਗਿਆਨ ਦਾ ਚਾਨਣ ਜਿਹੜਾ ਨਾ ਉਹ ਸਾਡੇ ਮਨ ਦੇ ਵਿੱਚ ਹੋਵੇ। ਸਾਧ ਸੰਗਤ, ਅੱਜ 84 ਦਾ ਜਿਹੜਾ ਘੱਲੂਘਾਰਾ ਹੈ ਨਾ, ਆਪਾਂ ਜਾਣਦੇ ਹਾਂ ਸਾਰੇ, ਬੇਸ਼ੱਕ ਅੱਜ 38 ਕੁ ਸਾਲ ਬਤੀਤ ਹੋ ਗਏ ਨੇ, ਪਰ ਜ਼ਖਮ ਲੱਗ ਕੇ ਜ਼ਖਮ ਸੁੱਕ ਜਾਵੇ ਤੇ ਪੀੜਾ ਮੁੱਕ ਜਾਂਦੀ। ਮੈਂ ਬੇਨਤੀ ਕਰ ਰਿਹਾ, ਜ਼ਖਮ ਹਾਲੇ ਤੱਕ ਵੀ ਅੱਲੇ ਦੇ ਅੱਲੇ ਨੇ, ਤੇ ਜਦੋਂ ਇਹ ਦਿਨ ਆਂਦਾ ਹੈ, ਕਿਸੇ ਨੂੰ ਭੜਕਾਉਣ ਵਾਸਤੇ ਨਹੀਂ ਜਾਂ ਕੋਈ ਬਦਲਾ ਲਓ ਭਾਵਨਾ ਨੂੰ ਰੱਖ ਕੇ ਨਹੀਂ, ਬਲਕਿ ਆਪਣਾ ਦੁੱਖ ਜਦੋਂ ਇਹ ਦਿਨ ਆਰੰਭ ਹੁੰਦੇ ਨੇ ਅਸੀਂ ਆਪਸ ਵਿੱਚ ਮਿਲ ਕੇ ਸਾਂਝਾ ਕਰਦੇ ਹਾਂ। ਤੇ ਮੈਂ ਬੇਨਤੀ ਕਰਾਂ, ਆਉਣ ਵਾਲੇ ਦਿਨਾਂ ਦੇ ਵਿੱਚ ਆਪ ਜੀ ਦੇ ਨਾਲ ਪ੍ਰਚਾਰਕ ਸੱਜਣ ਸਿੰਘ ਸਾਹਿਬਾਨ ਜਿੰਨੇ ਵੀ ਆਣਗੇ ਉਹਨਾਂ ਨੇ ਵਿਚਾਰਾਂ ਸਾਂਝੀਆਂ ਕਰਨੀਆਂ ਨੇ, ਪਰ 3 ਚੀਜ਼ਾਂ ਦਾ ਧਿਆਨ ਰੱਖਣਾ ਹੈ। ਇਹ ਪਹਿਲੀ ਗੱਲ ਹੈ ਫਰਜ਼, ਤੇ ਦੂਜੀ ਗੱਲ ਹੈ ਹੱਕ, ਤੇ ਫਿਰ ਤੀਜੀ ਆ ਜਾਂਦੀ ਸੰਘਰਸ਼। ਫਰਜ਼, ਹੱਕ ਤੇ ਸੰਘਰਸ਼। ਫਰਜ਼
ਜਦੋਂ ਦੀ ਕੌਮ ਬਣੀ ਹੈ, ਜਿਨ੍ਹਾਂ ਨੇ ਬਣਾਈ ਹੈ, ਸਤਿਗੁਰੂ ਮਹਾਰਾਜ ਦੇਸ਼ ਪ੍ਰਤੀ ਆਪਣਾ ਫਰਜ਼ ਪੂਰਾ ਕਰਦੇ ਰਹੇ ਨੇ। ਭਾਵੇਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਪੜ੍ਹੀਏ, 10 ਗੁਰੂ ਸਾਹਿਬਾਨ ਦੀ ਗੱਲ ਕਰੀਏ, ਕੌਮ ਦੇ ਆਗੂਆਂ ਦੀ ਗੱਲ ਕਰੀਏ, ਭਾਵੇਂ ਉਹ ਦੇਸ਼ ਵੰਡ ਦੀ ਗੱਲ ਹੋਵੇ ਜਾਂ ਮੁਸੀਬਤਾਂ ਦੀ ਗੱਲ ਹੋਵੇ, ਭਾਵੇਂ ਕਿਸੇ ਵੀ ਰੂਪ ਵਿੱਚ ਆਵੇ, ਸਿੱਖ ਆਪਣਾ ਫਰਜ਼ ਜਾਣ ਕੇ ਹਰ ਵੇਲੇ ਆਪਣਾ ਫਰਜ਼ ਨਿਭਾਉਂਦਾ ਹੈ ਤੇ ਕਦੀ ਆਪਣੇ ਫਰਜ਼ ਵੱਲੋਂ ਜਿਹੜਾ ਨਾ ਕੁਤਾਹੀ ਨਹੀਂ ਕਰਦਾ। ਪਰ ਜਦੋਂ ਪਿਆਰਿਓ ਹੱਕ ਮੰਗਣ ਦੀ ਗੱਲ ਆ ਜਾਂਦੀ, ਹੱਕ ਮੰਗਣ ਦੀ ਗੱਲ, ਉਸ ਵੇਲੇ ਇਸ ਨਾਲ ਉਹ ਸ਼ਬਦ ਵਰਤੇ ਜਾਂਦੇ ਨੇ ਜਿਹੜੇ 84 ਲੱਖ ਦੇ ਜੋਨ ਦੇ ਮਨੁੱਖ ਵਾਸਤੇ ਵਰਤੇ ਨਹੀਂ ਜਾਣੇ ਚਾਹੀਦੇ। ਜਿਹੜਾ ਧਰਤੀ ਦਾ ਸਿਕਦਾਰ ਹੈ ਉਸ ਵਾਸਤੇ ਵਰਤੇ ਨਹੀਂ ਜਾਣੇ ਚਾਹੀਦੇ। ਪਰ ਕਦੀ ਜਰਾਇਮ ਪੇਸ਼ਾ, ਕਦੀ ਅੱਤਵਾਦੀ, ਕਦੀ ਵੱਖਵਾਦੀ, ਇਹ ਸ਼ਬਦ ਆਪਣਾ ਹੱਕ ਮੰਗਣ ਦੇ ਬਦਲੇ ਵਿੱਚ, ਹਾਲੇ ਕਿ ਤੁਸੀਂ ਸੰਘਰਸ਼ ਜਿੰਨੇ ਵੀ ਹੋਏ ਨੇ ਉਹਨਾਂ ਸੰਘਰਸ਼ਾਂ ਨੂੰ ਵੇਖੋ, ਸੰਘਰਸ਼ ਕਰਨ ਦੀ ਲੋੜ ਕਿਉਂ ਪਈ, ਸੰਘਰਸ਼ ਕਰਨ ਦਾ ਕਾਰਨ ਕੀ ਬਣਿਆ? ਕਿਉਂਕਿ ਅਸੀਂ ਫਰਜ਼ ਆਪਣੇ ਦੇਸ਼ ਪ੍ਰਤੀ ਨਿਭਾਏ, ਅਸੀਂ ਦੇਸ਼ ਪ੍ਰਤੀ ਸਾਡੇ ਗੁਰੂ ਸਾਹਿਬਾਨ ਨਿਭਾਉਂਦੇ ਰਹੇ, ਪਰ ਸਾਨੂੰ ਹੱਕ ਨਹੀਂ ਮਿਲੇ। ਨਾ ਮਿਲਣ ਦਾ ਕਾਰਨ ਪਿਆਰਿਓ ਸਾਡੇ ਵਿੱਚ ਵੀ ਇੱਕ ਕਮੀ ਰਹੀ ਹੈ। ਉਹ ਕਿਹੜੀ? ਕਲਗੀਧਰ ਪਾਤਸ਼ਾਹ ਨੇ ਬਚਨ ਕਿਹਾ ਸੀ, ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਸਾਨੂੰ ਫਰਜ਼ ਦਾ ਪਤਾ ਹੈ, ਪਰ ਜਦੋਂ ਹੱਕ ਮੰਗਦੇ ਆ ਤੇ ਹੱਕ ਮੰਗਣ ਤੇ ਸਾਡੇ ਨਾਮ ਦੇ ਨਾਲ ਵੱਖਰੇ ਵੱਖਰੇ ਜਿਹੜੇ ਲਕਬ ਲਾਏ ਜਾਂਦੇ ਨੇ, ਤੇ ਮੈਂ ਬੇਨਤੀ ਕਰਾਂ ਫਿਰ ਸੰਘਰਸ਼ ਕਰਨ ਦੀ ਲੋੜ ਪੈਂਦੀ। ਅੱਜ ਭਾਈ ਮਹਿੰਗਾ ਸਿੰਘ ਜੀ ਜਿਹੜੇ ਸਾਧ ਸੰਗਤ 1 ਜੂਨ ਨੂੰ, ਜਿਨ੍ਹਾਂ ਦੀ ਯਾਦ ਵਿੱਚ ਅੱਜ ਵੀ ਪਰਿਵਾਰ ਨੇ, ਸਿੱਖ ਸੰਗਤਾਂ ਨੇ ਮਿਲ ਕੇ ਗੁਰਦੁਆਰਾ ਅਟਲ ਰਾਏ ਸਾਹਿਬ ਵਿਖੇ ਖੰਡ ਪਾਠ ਰਖਾਏ ਹੋਏ ਨੇ, ਭੋਗ ਪੈਣੇ ਨੇ। ਪਹਿਲੇ ਸ਼ਹੀਦ ਅੱਜ ਦੇ ਦਿਨ ਜਿਹੜੇ ਨੇ ਨਾ ਉਹ ਹੋਏ ਸਨ। ਤੇ ਮੈਂ ਬੇਨਤੀ ਕਰਾਂ ਉਸ ਤੋਂ ਬਾਅਦ ਇੱਕ ਦਿਨ ਸ਼ਾਂਤੀ ਵਰਤੀ, ਕਿਉਂਕਿ ਅਗਲੇ ਦਿਨ ਹੀ ਜਿਵੇਂ ਹੁਣ 3 ਜੂਨ ਨੂੰ ਆ ਰਿਹਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ, ਉਸ ਦੇ ਮੁਤਾਬਕ ਹੀ ਪ੍ਰੋਗਰਾਮ ਇਹ ਉਲੀਕੇ ਗਏ। ਤੇ ਜਿਵੇਂ ਅਸੀਂ ਦੇਸ਼ ਵਾਸੀ ਹਾਂ, ਸਾਨੂੰ ਵੱਖਵਾਦੀ ਸਮਝ ਕੇ ਸਾਡੇ ਅਸਥਾਨਾਂ ਦੇ ਉੱਤੇ ਹਮਲੇ ਕੀਤੇ ਗਏ। ਇਹ ਸਾਰਾ ਕੁਝ ਆਪਾਂ ਆਉਣ ਵਾਲੇ ਸਮੇਂ ਦੇ ਅੰਦਰ ਵਿਚਾਰਾਂਗੇ। ਅੱਜ ਭਾਈ ਮਹਿੰਗਾ ਸਿੰਘ ਜਿਨ੍ਹਾਂ ਨੇ ਪਹਿਲੀ ਸ਼ਹਾਦਤ 84 ਦਾ ਜਿਹੜਾ ਘੱਲੂਘਾਰਾ ਹੈ ਇਸ ਵਿੱਚ ਪ੍ਰਾਪਤ ਕੀਤੀ, ਭਾਈ ਗੁਰਮੁਖ ਸਿੰਘ ਜਿਹੜੇ ਸਤਿਕਾਰਯੋਗ ਸੰਤ ਬਾਬਾ ਜਰਨੈਲ ਸੁਰਾਂ ਦੇ ਗੜਵਈ ਸਨ, ਉਹਨਾਂ ਨੂੰ ਵੀ ਅੱਜ ਦੇ ਦਿਨ ਭਾਵੇਂ ਦਸਤਾਰ ਦੇ ਵਿੱਚ ਗੋਲੀ ਲੱਗੀ, ਅੱਜ ਦਾ ਦਿਨ ਹੀ ਸੀ ਜਦੋਂ ਉਹਨਾਂ ਨੂੰ ਵੀ ਗੋਲੀ ਲੱਗੀ। ਮੈਂ ਬੇਨਤੀ ਕਰ ਰਿਹਾ ਪਿਆਰਿਓ, ਆਪਾਂ ਸਾਰਿਆਂ ਨੇ ਇਹ ਜੋ ਕੁਝ ਵੀ ਇਤਿਹਾਸ ਬਾਣੀ ਦੇ ਮੁਤਾਬਕ ਵਿਚਾਰਨਾ ਹੈ, ਪੜ੍ਹਨਾ ਹੈ, ਇਸ ਦੇ ਨਾਲ ਨਾਲ ਆਪਣੇ ਫਰਜ਼ ਨੂੰ ਵੀ ਸੰਭਾਲੀਏ, ਆਪਣੇ ਹੱਕਾਂ ਦੀ ਰਾਖੀ ਵਾਸਤੇ ਵੀ। ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇਤਾ ਕਿਛ ਖਾਏ ਵਾਲੀ ਗੱਲ ਵੀ ਜੀਵਨ ਦੇ ਅੰਦਰ ਧਾਰਨ ਕਰਨੀ ਹੈ। ਤੇ ਜਿਹੜੇ ਇਹ ਸੰਘਰਸ਼ ਨੇ ਇਹਨਾਂ ਨੂੰ ਯਾਦ ਕਰਦਿਆਂ ਹੋਇਆ ਕੇਵਲ ਤੇ ਕੇਵਲ ਆਖਿਆ ਸੀ ਨਾ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ, ਅਸੀਂ ਸ਼ਸਤਰ ਤਾਂ ਪਹਿਨੇ ਹਨ, ਤੁਹਾਨੂੰ ਤਾਂ ਫੜਾਏ ਹਨ ਕਿ ਆਉਣ ਵਾਲੇ ਸਮੇਂ ਦੇ ਉੱਤੇ ਕਿਸੇ ਨੂੰ ਤੱਤੀ ਤਵੀ ਤੇ ਨਾ ਬਿਠਾਇਆ ਜਾਵੇ ਜਾਂ ਸੀਸ ਵਿੱਚ ਰੇਤਾ ਨਾ ਪਾਇਆ ਜਾਵੇ। ਆਖਿਆ ਸੀ ਨਾਲ ਹੀ ਕਿ ਉਹ ਦੇਗਾਂ ਵਿੱਚ ਨਾ ਉਬਾਲਿਆ ਜਾਵੇ। ਇਹ ਸਾਰੇ ਕੁਝ ਦਾ ਕਾਰਨ ਜਿਹੜਾ ਹੈ ਨਾ ਸ਼ਸਤਰ ਪਾਉਣ ਦਾ ਇਹ ਆ, ਸ਼ਸਤਰ ਧਾਰਨ ਕਰਨ ਦਾ ਇਹ ਹੈ। ਸਾਨੂੰ ਦਿੱਤੇ ਨੇ 2 ਅਸਥਾਨ, ਨਾਲ ਹਰਮੰਦਰ ਸਾਹਿਬ ਭਗਤੀ ਦਾ ਪ੍ਰਤੀਕ, ਅਕਾਲ ਤਖਤ ਸਾਹਿਬ ਸ਼ਕਤੀ ਦਾ ਪ੍ਰਤੀਕ। ਅਸੀਂ ਆਪਣੇ ਜੀਵਨ ਦੇ ਅੰਦਰ ਪਿਆਰਿਓ ਪੰਥ ਤੇ ਗ੍ਰੰਥ ਨਾਲ ਜੁੜ ਕੇ ਚੱਲਾਂਗੇ, ਜ਼ਰੂਰ ਵਾਹਿਗੁਰੂ ਬੌੜੀ ਕਰੇਗਾ ਤੇ ਸਾਨੂੰ ਜੀਵਨ ਦੇ ਅੰਦਰ ਸਫਲਤਾ ਵੀ ਪ੍ਰਾਪਤ ਹੋਵੇਗੀ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ। ਕਰ ਸੇਵ ਸੇਵਕ ਦਿਨ ਸਰੈਣੀ, ਤਿਸ ਭਾਵੈ ਸੋ ਹੋਏ ਜੀਓ।
ਬਲ ਜਾਏ ਨਾਨਕ ਸੁਖ ਦਾਤੇ, ਪਰਗਾਸ ਮਨ ਤਨ ਹੋਏ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ